ਸੰਤਾਂ ਦੀ ਸ਼ਹਾਦਤ ਤੋਂ ਬਾਅਦ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਖਾੜਕੂ ਲਹਿਰ ਚੱਲੀ। ਉਹਦੇ ਸਾਹਮਣੇ ਇਹ ਸਵਾਲ ਖੜਾ ਹੋ ਗਿਆ ਕਿ ਬਹੁਤ ਵੱਡੀ ਗੱਲ ਹੋ ਗਈ। 18ਵੀਂ ਸਦੀ ਤੋਂ ਬਾਅਦ ਪਹਿਲੀ ਵਾਰ ਦਰਬਾਰ ਸਾਹਿਬ ਤੇ ਮੁੜ ਕੇ ਹਮਲਾ ਹੋਇਆ ਤੇ ਹੁਣ ਆਪਣਾ ਅਗਲਾ ਨਿਸ਼ਾਨਾ ਕੀ ਹੋ? ਸਿਰ ਤਾਂ ਦੇਣੇ ਪੈਣਗੇ, ਇਹ ਤਾਂ ਸਭ ਨੂੰ ਪਤਾ ਸੀ। ਸਾਡੀ ਪੱਗ ਨੂੰ ਹੱਥ ਪਾ ਲਿਆ, ਸਾਡੇ ਬਾਪ ਦਾ ਘਰ ਢਾਤਾ ਹੈ, ਇਹ ਤੇ ਸਮਝੌਤਾ ਤਾਂ ਹੋਣਾ ਨਹੀਂ। ਸਿਰ ਤਾਂ ਦੇਣੇ ਪੈਣਗੇ, ਪਰ ਆਪਾਂ ਨੂੰ ਤਾਂ ਪਤਾ ਲੱਗੇ ਕਾਹਦੇ ਵਾਸਤੇ ਦੇ ਰਹੇ ਆ। ਨਿਸ਼ਾਨਾ ਸਾਫ਼ ਕਰੋ। ਮੈਂ ਉਸ ਅਮਲ ਦਾ ਗਵਾਹ ਹਾਂ। ਉਹ ਬਹਿਸਾਂ ਕਿਵੇਂ ਹੋਈਆਂ। ਇੱਕ ਧੜਾ ਕਹਿੰਦਾ ਸੀ ਖਾਲਿਸਤਾਨ, ਦੂਜੇ ਕਹਿੰਦੇ ਸੀ ਨਹੀਂ ਇਹ ਤਾਂ ਕੰਮ ਖਰਾਬ ਹੋ ਜੂ ਆਪਣਾ। ਫਿਰ ਕਾਫੀ ਦੁਬਿਧਾ ਤੋਂ ਬਾਅਦ ਇਹ ਜਾ ਕੇ ਖਾੜਕੂ ਲਹਿਰ ਨੂੰ ਪਾਸ ਕਰਨਾ ਪਿਆ। ਚਲੋ ਹੋ ਗਿਆ, ਚੱਲਿਆ, ਮੁੜ ਕੇ ਚਲੋ ਖਾੜਕੂ ਲਹਿਰ ਚੱਲੀ, ਇੱਕ ਦਹਾਕਾ ਮੁੜ ਕੇ ਖਤਮ ਹੋ ਗਈ। ਹੁਣ ਜਦੋਂ ਖਾੜਕੂ ਲਹਿਰ ਖਤਮ ਹੋ ਗਈ, ਉਹ ਸਾਰਾ ਮੂਵਮੈਂਟ ਦਾ ਵੇਗ ਖਤਮ ਹੋ ਗਿਆ, ਜ਼ੁਲਮ ਬਹੁਤ ਹੋ ਗਿਆ। ਉਦੋਂ ਵੀ ਜਾਵਰ ਸਾਰੇ ਉਹ ਸ਼ਿਕੰਜਾ ਕੱਸਤਾ ਸਾਡੇ। ਕਿੰਨੀ ਇੱਥੇ ਫੌਜ, ਕਿੰਨੀ ਪੁਲਿਸ, ਕਿੰਨੇ ਸਿੰਘ ਫੜ ਫੜ ਕੇ ਜੇਲਾਂ 'ਚ, ਤੇ ਕਿੰਨੇ ਸਾਲ, ਕਿਵੇਂ ਕੋਹੇ, ਕਿਵੇਂ ਮਾਰੇ, ਹੈ ਨਾ। ਉਹ ਸਾਰੇ ਕੁਛ ਦਾ ਮਨ ਤੇ ਅਸਰ ਸੀ। ਫਿਰ ਇਹ ਸੀ ਵੀ ਯਾਰ ਹੁਣ ਖਾਲਿਸਤਾਨ ਨਹੀਂ, ਹੁਣ ਆਪਾਂ ਕੋਈ ਹੋਰ ਰਾਹ ਲੱਭੋ। ਆਹ ਸੰਕਟ ਚੋਂ ਕੌਮ ਨਿਕਲੀ ਉਦੋਂ, ਕਿਉਂਕਿ 1993 ਦੇ ਵਿੱਚ ਜਿਮਨੀ ਚੋਣ ਹੋਈ ਹੈ ਜਲੰਧਰ ਦੀ, ਜਿੱਥੇ ਜਸਟਿਸ ਅਜੀਤ ਸਿੰਘ ਬੈਂਸ, ਜਿਹੜੇ ਮਨੁੱਖੀ ਹੱਕਾਂ ਵਾਸਤੇ ਜਿਨ੍ਹਾਂ ਨੂੰ ਹੱਥ ਕੜੀ ਲੱਗੀ ਦੁਨੀਆ, ਇੱਥੇ ਭਾਰਤ ਦੇ ਇਤਿਹਾਸ 'ਚ ਕਿਸੇ ਹਾਈ ਕੋਰਟ ਦੇ ਜੱਜ ਨੂੰ ਪਹਿਲੀ ਵਾਰ ਹੱਥ ਕੜੀ ਲੱਗੀ ਸੀ ਤੇ ਧੱਕਾ ਮੁੱਕੀ ਕਰਕੇ ਘਰੋਂ ਲਗਾਏ ਸੀ। ਉਹਨੂੰ ਤਾਂ 6 ਮਹੀਨੇ ਜੇਲ੍ਹ 'ਚ ਰੱਖਿਆ ਸੀ। ਉਹ ਕੈਂਡੀਡੇਟ ਖੜਾ ਹੋਇਆ। ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਦੀ ਸਪੋਰਟ ਕੀਤੀ ਵੀ ਸਾਡੇ ਵੱਲੋਂ ਖੜਾ ਹੈ। ਯਤਨ ਇਹ ਹੋਇਆ ਕਿ ਸਾਰੇ ਪੰਥ ਦੀਆਂ ਪਾਰਟੀਆਂ ਵੱਲੋਂ ਸਾਂਝਾ ਕੈਂਡੀਡੇਟ ਹੋਵੇ। ਮੈਨੂੰ ਪਤਾ ਜਲੰਧਰ ਬੜੀਆਂ ਮੀਟਿੰਗਾਂ ਹੋਈਆਂ, ਮਾਨ ਦਲ ਦੀ, ਬਾਦਲ ਦਲ ਦੀ, ਤਲਵੰਡੀ, ਇਹ ਉਹ ਸਾਰਿਆਂ ਦੀਆਂ ਮੀਟਿੰਗਾਂ ਹੋਈਆਂ ਵੀ ਸਾਂਝਾ ਕੈਂਡੀਡੇਟ ਕਰੋ। ਪ੍ਰਕਾਸ਼ ਸਿੰਘ ਬਾਦਲ ਕੱਲਾ ਨਹੀਂ ਮੰਨਿਆ ਵੀ ਸਾਡਾ ਤਾਂ ਕੁਲਦੀਪ ਸਿੰਘ ਬਡਾਲਾ ਕੈਂਡੀਡੇਟ ਹੈ। ਅਖੀਰ ਤੇ ਇਹ ਵੀ ਗੱਲ ਆਈ ਕਿ ਚਲੋ ਬਡਾਲੇ ਨੂੰ ਖੜਾ ਕਰ ਲਓ, ਪਰ ਜ਼ਬਰ ਮੁੱਖ ਮੁੱਦਾ ਬਣਾਓ ਚੋਣਾਂ 'ਚ। ਜੋ ਪੰਜਾਬ 'ਚ ਜ਼ਬਰ ਹੋਇਆ ਉਹ ਇਹ ਤੋਂ ਵੀ ਭੱਜ ਗਈ। ਸੋ 2 ਕੈਂਡੀਡੇਟ ਹੋ ਗਏ, ਇੱਕ ਕੁਲਦੀਪ ਸਿੰਘ ਬਡਾਲਾ, ਇੱਕ ਜਸਟਿਸ ਬੈਂਸ। ਐਂ ਲੱਗਦਾ ਸੀ ਉਦੋਂ ਅਜੇ ਤਾਜ਼ਾ ਜ਼ੁਲਮ ਹੋਇਆ, ਸਾਰਾ ਅੱਖਾਂ ਦੇ ਸਾਹਮਣੇ ਆ, ਲੋਕਾਂ ਦੇ ਘਰ ਟੱਠੇ, ਉਜੜੇ, ਵੀ ਬਹੁਤ ਵੋਟ ਪੈਣੀ ਚਾਹੀਦੀ ਹੈ। ਬੰਦੇ ਦੀ ਕੁਰਬਾਨੀ ਕਿੰਨੀ ਹੈ, ਜੇਲ੍ਹ 'ਚ ਰਹਿ ਕੇ ਆਇਆ, ਕਿਹੋ ਜਿਹਾ ਜੀਵਨ ਉਹਨੇ ਛੱਡਿਆ। ਪਤਾ ਰਿਜ਼ਲਟ ਕੀ ਨਿਕਲਿਆ? ਜਸਟਿਸ ਬੈਂਸ ਦੀ ਬੁਰੀ ਤਰ੍ਹਾਂ ਜ਼ਮਾਨਤ ਜ਼ਬਤ ਹੋਈ। ਬੀਜੇਪੀ ਦੇ ਕੈਂਡੀਡੇਟ ਤੋਂ ਅੱਧੀ ਵੋਟ ਪਈ। ਕੁਲਦੀਪ ਸਿੰਘ ਬਡਾਲਾ ਨੂੰ ਜਸਟਿਸ ਬੈਂਸ ਨੂੰ ਪਤਾ ਨਹੀਂ 20, 30, 40 ਗੁਣਾ ਵੱਧ ਵੋਟ ਪਈ। ਜਦੋਂ ਇਹ ਹਾਲਾਤ ਬਣ ਜੇ, ਕਿਉਂ ਨਹੀਂ ਇਹ ਗੱਲ ਆਊ ਵੀ ਯਾਰ ਹੁਣ ਉਹ ਗੱਲ ਛੱਡੋ ਤੇ ਹੁਣ ਗੁਜ਼ਾਰਾ ਕਰੋ। ਆਪਾਂ ਤਾਂ ਮੌਜ ਨਾਲ ਗਾਲਾਂ ਕੱਢ ਦਿੰਦੇ ਆ, ਉਹ ਬੜਾ ਐਂ ਹੋ ਗਿਆ, ਐਂ ਹੋ ਗਿਆ। ਸੋ ਸਾਰੇ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਹੈ ਕਿ ਕਿਵੇਂ ਨਿਕਲਿਆ। ਚਲੋ ਉਦੋਂ ਬਾਅਦ ਜੀ ਚਲੋ ਉਹਨਾਂ ਦਾ ਹੋ ਗਿਆ ਵੱਧ ਅਧਿਕਾਰਾਂ ਤੇ ਆ ਜਾਓ। ਫਿਰ ਵੱਧ ਅਧਿਕਾਰ ਵੀ ਕਿਹੜੇ ਪਤਾ ਹੀ ਹੈ ਅਖੀਰ ਨੂੰ। ਹੁਣ ਜਿੱਥੇ ਆ ਕੇ ਖੜ ਗਏ ਸਾਰੇ ਸਹਿਮਤ ਹੋ ਗਏ, ਜੇ ਪੰਜਾਬ 'ਚ ਰਾਜ ਕਰਨਾ ਤਾਂ ਸੈਂਟਰ ਨਾਲ ਰਲ ਕੀ ਹੋ ਸਕਦਾ।
ਸੁਖਦੇਵ ਸਿੰਘ ਢੀਂਡਸੇ ਨੇ ਬਿਲਕੁਲ ਕਲੀਅਰ ਕਿਹਾ ਵੀ ਦੇਖੋ ਤੁਸੀਂ ਆਪਦੀਆਂ ਗੱਲਾਂ ਜੋ ਮਰਜ਼ੀ ਕਰੀ ਚੱਲੋ, ਸੱਚਾਈ ਇਹ ਹੈ। ਸੋ ਨਿਸ਼ਾਨਾ ਕਿੱਥੇ, ਉਹ ਧੁੰਦਲਾ ਤਾਂ ਹੋਣਾ ਹੀ ਸੀ। ਹੁਣ ਇੱਥੇ ਇੱਕ ਮੈਂ ਨੁਕਤਾ ਹੋਰ ਲੈ ਕੇ ਆਉਣਾ। ਜਦੋਂ ਤੁਹਾਡਾ ਕੋਈ ਇਹੋ ਜਿਹਾ ਰਾਜ ਸੀ, ਭਾਵੇਂ ਨਿਸ਼ਾਨਾ, ਭਾਵੇਂ ਸੰਕਲਪ ਹੈ, ਬੜਾ ਵੱਡਾ ਹੈ, ਪਵਿੱਤਰ ਹੈ, ਉਹਨੂੰ ਜਦੋਂ ਖਤਮ ਕਰਨਾ ਹੋਵੇ, ਇੱਕ ਢੰਗ ਉਹਦਾ ਹੋਰ ਵੀ ਹੈ, ਜਿਹਦੀ ਅੰਗਰੇਜ਼ੀ 'ਚ ਸ਼ਬਦ ਵਰਤਦੇ ਨੇ, ਉਹਨੂੰ ਟ੍ਰਿਬਲਾਈਜ਼ ਕਰ ਦਿਓ, ਜਿਹਦਾ ਮਤਲਬ ਉਹਨੂੰ ਇੰਨਾ ਹਲਕਾ ਬਣਾ ਕੇ ਪੇਸ਼ ਕਰ ਦਿਓ, ਮਜ਼ਾਕ ਦਾ ਵਿਸ਼ਾ ਹੀ ਬਣ ਜੇ ਬਸ, ਫੇਰ ਵੀ ਉਹਦੀ ਗੰਭੀਰਤਾ ਹੀ ਚੱਕ ਦਿਓ, ਫੇਰ ਵੀ ਉਹ ਖਤਮ ਹੋ ਜਾਂਦਾ। ਇਹ ਪੱਛਮ ਦੇ ਕਿਸੇ ਵਿਦਵਾਨ ਨੇ 250 ਸਾਲ ਪਹਿਲਾਂ ਲਿਖਿਆ ਸੀ ਵੀ ਕਿਸੇ ਖਿਆਲ ਨੂੰ ਮਾਰਨਾ ਹੋਵੇ ਤਾਂ ਉਹਨੂੰ ਬੇਹੂਦਗੀ ਤੱਕ ਲੈ ਜਾਓ, ਇੰਨਾ ਬੇਹੂਦਾ ਬਣਾ ਦਿਓ ਵੀ ਲੋਕ ਉਹ ਤੇ ਹੱਸਣ ਲੱਗ ਜਾਣ। ਅੱਜ ਖਾਲਿਸਤਾਨ ਨਾਲ ਇਹ ਵੀ ਵਾਪਰ ਰਿਹਾ। ਵਾਪਰ ਰਿਹਾ ਹੈ। ਐਡੇ ਗੰਭੀਰ ਤੇ ਸੰਜੀਦਾ ਮਸਲੇ ਨੂੰ ਨਾਰੇ ਦੀ ਪੱਧਰ ਤੇ, ਮਿਹਣੇਬਾਜ਼ੀ ਦੀ ਪੱਧਰ ਤੇ, ਇੱਕ ਦੂਜੇ ਖਿਲਾਫ ਕਿੜਾਂ ਕੱਢਣ ਦੀ ਪੱਧਰ ਤੇ ਉਹ ਇੱਕ ਹਥਿਆਰ ਬਣ ਗਿਆ ਬਹੁਤ ਵਧੀਆ, ਕਿਉਂਕਿ ਕੌਮ ਦਾ ਸੈਂਟੀਮੈਂਟ ਹੈ। ਕਿਸੇ ਬੰਦੇ ਦੇ ਖਿਲਾਫ ਨਫ਼ਰਤ ਭੜਕਾਉਣੀ ਹੋਵੇ, ਇਹ ਤਾਂ ਜੀ ਖਾਲਿਸਤਾਨ ਤੋਂ, ਇਹ ਤਾਂ ਬਹੁਤ ਚਲਾਕੀ ਨਾਲ ਖਾਲਿਸਤਾਨ ਤੋਂ ਪਾਸੇ ਲਿਜਾ ਰਿਹਾ। ਸੋ ਆ ਇੱਕ ਮਾਹੌਲ ਕੌਮ 'ਚ ਬਣ ਗਿਆ ਕਿ ਸ਼ਬਦ ਪਿਆ, ਨਿਸ਼ਾਨਾ ਪਿਆ, ਪਰ ਜਿਹੜੀ ਉਹਦੀ ਗੰਭੀਰਤਾ ਹੈ ਉਹ ਲੋਕਾਂ ਤੱਕ ਨਹੀਂ ਗਈ। ਸਿਮਰਜੀਤ ਸਿੰਘ ਮਾਨ ਹਰ ਇਲੈਕਸ਼ਨ 'ਚ ਇਹ ਕਹਿੰਦੇ ਸੀ ਮੈਂ ਖਾਲਿਸਤਾਨ ਦੇ ਮੁੱਦੇ ਤੇ ਚੋਣ ਲੜਨੀ ਹੈ, ਤੇ ਜਦੋਂ ਵੋਟ ਇੰਨੀ ਮਾੜੀ ਆਉਂਦੀ ਸੀ, ਬੜੀ ਨਮੋਸ਼ੀ ਹੁੰਦੀ ਸੀ ਵੀ ਆ ਇੰਨੇ ਕੁ ਸਪੋਰਟਰ ਹੈ ਜੀ ਖਾਲਿਸਤਾਨ ਦੇ। ਇਹ ਗੱਲ ਨਹੀਂ ਸੀ, ਦਿਲਾਂ 'ਚ ਖਾਲਿਸਤਾਨ ਬਹੁਤ ਪਿਆ ਲੋਕਾਂ ਦੇ, ਪਰ ਜਦੋਂ ਉਹਨੂੰ ਇੰਨਾ ਹਲਕਾ ਬਣਾਤਾ ਕਿਤੇ, ਇਹ ਵੀ ਇੱਕ ਸਾਡੇ ਸਾਹਮਣੇ ਮਸਲਾ ਹੈ ਵੀ ਉਹਨੂੰ ਤੁਸੀਂ ਨਾ ਇਸ ਤਰ੍ਹਾਂ ਨਾ ਕਰੋ। ਜਦੋਂ ਏਡੀ ਵੱਡੀ ਗੱਲ ਲੈ ਕੇ ਆਉਣੀ ਹੈ, ਇੱਕ ਸਟੇਟ ਤੋਂ ਵੱਖਰਾ ਰਾਜ ਸਿਰਜਣਾ, ਪਤਾ ਸਟੇਟ ਨੇ ਕਹਿਰਬਾਨ ਹੋਣਾ ਹੈ, ਸੋ ਇੱਕ ਤਾਂ ਉਹਦੇ ਵਾਸਤੇ ਸਿਰ ਦੇਣੇ ਵਾਸਤੇ ਤਿਆਰ ਰਹਿਣਾ ਪਊ। ਦੂਜੀ ਗੱਲ, ਕੌਮ ਦੇ ਕੁਝ ਹਿੱਸੇ ਉਸ ਗੱਲ ਤੇ ਇੱਕਦਮ ਤਿਆਰ ਨਹੀਂ ਹੋਣਗੇ, ਉਹਨਾਂ ਨੂੰ ਕਨਵਿੰਸ ਕਰਾਉਣਾ। ਉਹ ਕਨਵਿੰਸ ਤਾਂ ਹੋਣਗੇ ਜੇ ਉਹਨਾਂ ਕੋਲ ਸਾਰੇ ਪੱਖ ਵਾਰ-ਵਾਰ ਲਿਜਾਓ। ਲੋਕਾਂ ਦੇ ਮਨਾਂ 'ਚ ਕਿੰਨੇ ਸਵਾਲ, ਕਿਹੜਾ ਏਰੀਆ ਹੋਊ, ਕਿਹੋ ਜਿਹਾ ਰਾਜ ਹੋਊ। ਹੁਣ ਕਹਿੰਦੇ ਹਲੇਮੀ ਰਾਜ ਹੋ, ਇੰਨੀ ਗੱਲ ਤਾਂ ਥੋੜਾ ਗੁਜ਼ਾਰਾ ਹੋ ਜੂ। ਠੋਸ ਰੂਪ ਦੇ ਵਿੱਚ, ਜਿੱਥੇ ਮੈਂ ਕਹਿੰਦਾ ਨਾ ਪੰਥਕ ਰਾਜਨੀਤੀ ਚੁਣੌਤੀਆਂ ਤੇ ਸੰਭਾਵਨਾਵਾਂ, ਆਹ ਚੁਣੌਤੀਆਂ ਪਈਆਂ ਜਿੱਥੇ ਅਸੀਂ ਕਿਉਂ ਨਹੀਂ ਅੱਗੇ ਵਧ ਰਹੇ।